प्यारे विद्यार्थियों, सब तो पहला मेरे चैनल ते तुहाडा बहुत बहुत स्वागत है जी। विद्यार्थियों, अज की वीडियो में आपां 8वीं क्लास दे रही समाजिक विज्ञान SST विषय का एक होर सैंपल पेपर सॉल्व करन जा रहे हाँ जी। इस तो पहला एक सैंपल पेपर मैं सॉल्व करके पहला ही चैनल पर अपलोड कर दिता है, तो ये अपना सैंपल नंबर 2 है जो कि मैं सॉल्व करके अपलोड कर रहा हाँ जी। होप है कि इन्हां पेपरों के विच तुहानूं काफ़ी क्वेश्चनस दे विचों मिल जाणगे। तो नैक्सट जो तुहाडे पेपर होंदे हैं जी, नवंबर दसंबर दे विच भी तुहाडे पेपर होने होंदे हैं जी। उस तो बाद जनवरी विच प्री बोर्ड होना हुंदा है, फिर अपना मार्च विच तुहाडे फाइनल पेपर होने होंदे हैं। इन्हां सारे पेपरों के विच भी इस पेपरों के विच जो सतंबर पेपरों के दौरान जो तुहाडे पेपर सॉल्व किए हैं उन्हां दे विचों काफ़ी जो क्वेश्चनस हैं वो तुहानूं इन्हां पेपरों के विच भी जरूर मिल जाणगे। इसलिए इस चैनल नूं जरूर सबसक्राइब करके रखना है जी। तो जो भी मैं कोई नवी वीडियो अपलोड करा तो उसका जो नोटिफिकेशन है तुहानूं सब तो पहला मिले, इसलिए बैल आइकन नूं भी प्रैस कर देना है तो ऑल दी नोटिफिकेशन नूं भी ऑन करके रखना है जी। क्योंकि नैक्सट जो अपने को नवंबर दसंबर तो बाकी पेपर होने हैं उस दे विच भी तुहानूं काफ़ी सैंपल पेपर चैनल पर उस दे रिलेटेड भी मिल जाएंगे। इसलिए चैनल नूं सारे ही बच्चे ने इंग्लिश मीडियम और पंजाबी मीडियम दोनों ही बच्चों ने चैनल नूं जरूर सबसक्राइब करके रखना है जी। तो आ हुण आपां एक एक करके सारे ही क्वेश्चनस नूं सॉल्व करते हैं जी। सुण पहला क्वेश्चन अपने को इस तरह है जी, हेठां लिखियां विचों किहड़ा कुदरती साधन नहीं है। तो इन्हां चारां विचों किहड़ा कुदरती साधन नहीं है जी, आवाजाई दे साधन। अगला है जी, साडी धरती का लगभग किन्ने प्रतिशत हिस्सा भूमि जां जमीन है, वो है जी 29%, 29%। अगला है, ਤੁਸੀਂ ਸਾਰਿਆਂ ਨੇ ਆਪਣੇ ਘਰ ਦਾ ਘਰ ਜਾਂ ਸਕੂਲ ਦੇ ਆਲੇ ਦੁਆਲੇ ਦੇਖਿਆ ਹੋਵੇਗਾ ਕਿ ਕੁਝ ਫੁੱਲ ਬੂਟੇ ਜਾਂ ਪੇੜ ਪੌਦੇ ਆਪਣੇ ਆਪ ਹੀ ਉੱਗ ਪੈਂਦੇ ਹਨ। ਇਹ ਕਿਸ ਕਿਸਮ ਦੀ ਬਨਸਪਤੀ ਹੈ? ਤੇ ਇਹ ਹੁੰਦੀ ਹੈ ਜੀ ਕੁਦਰਤੀ ਬਨਸਪਤੀ। ਅਗਲਾ ਕੁਐਸਚਨ ਹੈ ਜੀ, ਕਿਸੇ ਨਦੀ ਉੱਤੇ ਬਣਾਇਆ ਗਿਆ ਡੈਮ ਕਿਹੜੀ ਊਰਜਾ ਨਾਲ ਸੰਬੰਧਿਤ ਹੁੰਦਾ ਹੈ? ਉਹ ਹੁੰਦਾ ਹੈ ਜੀ ਪਣ ਊਰਜਾ ਦੇ ਨਾਲ। ਅਗਲਾ ਹੈ ਜੀ, ਆਕਾਸ਼ ਨੇ ਕੰਡੈਂਸਰ, ਇਨਸੂਲੇਟਰ ਅਤੇ ਬਿਜਲੀ ਦੀਆਂ ਪ੍ਰੈਸਾਂ ਦਾ ਕੰਮ ਸ਼ੁਰੂ ਕਰਨਾ ਹੈ। ਹੇਠ ਲਿਖਿਆਂ ਵਿੱਚੋਂ ਉਸ ਨੂੰ ਕਿਹੜੇ ਖਣਿਜ ਦੀ ਲੋੜ ਪਵੇਗੀ? ਤਾਂ ਉਸ ਨੂੰ ਪਏਗੀ ਜੀ ਅਬਰਕ ਦੀ। ਅਗਲਾ ਹੈ ਜੀ, ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ 1746 ਤੋਂ ਲੈ ਕੇ 1763 ਈਸਵੀ ਤੱਕ ਕਿਹੜੇ 3 ਯੁੱਧ ਹੋਏ ਸਨ? ਇਹਨਾਂ ਵਿੱਚ ਅੰਗਰੇਜ਼ਾਂ ਨੂੰ ਜਿੱਤ ਪ੍ਰਾਪਤ ਹੋਈ ਸੀ। ਤਾਂ ਉਹ ਹੈ ਜੀ ਕਰਨਾਟਕ ਦੇ ਯੁੱਧ। ਅਗਲਾ ਹੈ ਜੀ, 27 ਮਈ 1498 ਨੂੰ ਕਾਲੀਕਟ ਵਿਖੇ ਸਮੁੰਦਰੀ ਰਸਤੇ ਭਾਰਤ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕਪਤਾਨ ਕੌਣ ਸੀ? ਵਾਸਕੋ ਡੇ ਗਾਮਾ। ਅਗਲਾ ਹੈ ਜੀ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਿਹੜਾ ਐਕਟ ਪਾਸ ਹੋਇਆ ਸੀ? ਰੈਗੂਲੇਟਿੰਗ ਐਕਟ 1773 ਈਸਵੀ ਵਿੱਚ ਪਾਸ ਹੋਇਆ ਸੀ ਜੀ। ਅਗਲਾ ਹੈ ਜੀ, ਭਾਰਤ ਵਿੱਚ ਅੰਗਰੇਜ਼ੀ ਰਾਜ ਦੀ ਸਥਾਪਨਾ ਤੋਂ ਪਹਿਲਾਂ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਖੇਤੀਬਾੜੀ। ਹੇਠ ਲਿਖਿਆਂ ਵਿੱਚੋਂ ਕਿਸ ਸਥਾਨ 'ਤੇ 1857 ਈਸਵੀ ਦਾ ਵਿਦਰੋਹ ਨਹੀਂ ਫੈਲਿਆ? ਉਹ ਹੈ ਜੀ ਮੁੰਬਈ। ਨੈਕਸਟ ਹੈ ਜੀ, ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲਿਆ ਕਿੱਥੇ ਸਥਿਤ ਹੈ? ਉਹ ਹੈ ਜੀ ਉੱਤਰ ਪ੍ਰਦੇਸ਼ ਦੇ ਵਿੱਚ। ਅਗਲਾ ਆਪਣੇ ਕੋਲ ਹੈ ਜੀ, ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਦੱਸੋ? ਉਹ ਹੁੰਦੀ ਹੈ ਜੀ 7। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਦੇ ਵਿੱਚ ਹਨ? ਦੂਸਰੇ ਭਾਗ ਦੇ ਵਿੱਚ। ਮੁਫਤ ਅਤੇ ਲਾਜ਼ਮੀ ਵਿੱਦਿਆ ਦਾ ਅਧਿਕਾਰ ਕਿਹੜੀ ਜਮਾਤ ਤੱਕ ਲਾਗੂ ਹੈ? 8ਵੀਂ ਜਮਾਤ ਤੱਕ। ਅਗਲਾ ਹੈ ਜੀ, ਸਿੱਖਿਆ ਦਾ ਅਧਿਕਾਰ ਸੰਵਿਧਾਨ ਵਿੱਚ ਕਿਸ ਧਾਰਾ ਦੇ ਅਧੀਨ ਦਰਜ ਹੈ? ਧਾਰਾ 21A ਦੇ ਅਧੀਨ। ਸੰਸਦ ਦੇ ਦੋਨੋਂ ਸਦਨਾਂ ਵਿੱਚ ਹੋਏ ਮਤਭੇਦ ਨੂੰ ਕੌਣ ਦੂਰ ਕਰਦਾ ਹੈ ਜੀ? ਰਾਸ਼ਟਰਪਤੀ। ਆਓ ਜੀ ਅਗਲੇ ਕੁਐਸਚਨ ਦੇਖਦੇ ਹਨ। ਇਸ ਵਿੱਚੋਂ ਕੁਛ ਕੁਐਸਚਨਸ ਤੁਹਾਨੂੰ ਹੁਣ ਮੈਂ ਸਿੱਧੇ ਕਰਵਾ ਰਿਹਾ ਹਾਂ ਅਤੇ ਕੁਛ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਮਿਲ ਜਾਣਗੇ ਜੀ, ਜੋ ਕਿ ਥੋੜ੍ਹੇ ਵੱਡੇ ਕੁਐਸਚਨ ਹੋਣਗੇ। ਇਹ ਤੁਹਾਨੂੰ ਵੀਡੀਓ ਲਾਸਟ ਵਿੱਚ ਮਿਲੇਗਾ। ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ, ਮਿੱਟੀ ਦੀ ਪਰਿਭਾਸ਼ਾ, ਭੂਮੀ ਨੂੰ ਮੁੱਖ ਤੌਰ 'ਤੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ, ਇਹ ਸਾਰੇ ਹੀ ਕੁਐਸਚਨ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲ ਜਾਣਗੇ, ਕਿਉਂਕਿ ਅੱਜ ਆਪਾਂ ਵੀਡੀਓ ਦੇ ਵਿੱਚ ਪੂਰਾ ਹੀ ਪੇਪਰ ਸੋਲਵ ਕੀਤਾ ਹੈ। ਅਗਲਾ ਹੈ 5ਵਾਂ ਕੁਐਸਚਨ, ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ 2 ਯੁੱਧ ਲੜੇ ਗਏ ਸਨ। ਇਹ ਆਪਣੇ ਕੋਲ ਗਲਤ ਹੈ ਜੀ, 3 ਯੁੱਧ ਲੜੇ ਗਏ ਸਨ। ਅਗਲਾ ਹੈ ਜੀ, ਆਪਣੇ ਕੋਲ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? ਇਹ ਵੀ ਕੁਐਸਚਨ ਤੁਹਾਨੂੰ ਮਿਲ ਜਾਏਗਾ ਜੀ। ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ਕੌਣ ਸੀ ਜੀ? ਤਾਤੀਆਂ ਟੋਪੇ। ਇਸ ਦਾ ਆ ਜਾਏਗਾ ਜੀ ਤਾਤਿਆ ਟੋਪੇ। ਅਗਲਾ ਹੈ
ये बाकी ਜਿਹੜੇ ਸਾਰੇ क्वेश्चन है ये ਆਪਾਂ एक एक करके ਇਹਨਾਂ ਦੇ आंसर देवांगे जी। अगला है ये वाला देखो, केवल धन बिल ही डैश विच पेश किया जाता है, तो ये आएगा जी लोक सभा। लोक सभा। अगले सारे ही जो क्वेश्चन हाँ भाग ईडी वाले तो भाग एसएसए वाले सारे ही क्वेश्चन तुहानूं सुना दी वीडियो विच लास्ट में मिल जाएंगे जी। ये सारे ही क्वेश्चन आपां अज दी वीडियो विच कीते हैं जी। तो आपां हुण जो स्रोत आधारित प्रश्न हैं वो देखते हैं जी। इस पैराग्राफ नूं पहलां तुसीं पढ़ लेना है जी, तो पढ़ के नीचे आपां क्वेश्चन के आंसर दिंदे हैं जी। पहला है, असी सरकारी दस्तावेज तो किहड़ा ज्ञान इकट्ठा करते हाँ। तो देखो इसका आंसर आपां इस लाइनां दे विचों ही लभना है जी। तो इसका आंसर आपां इत्थों लिखना है, सरकारी दस्तावेज सानू दसदे हन कि अधिकारी की सोचते हैं, उन्हां दी दिलचस्पी की सी अते वो भविख विच की सुरक्षित करना चाहुंदे सन। ये रिकार्ड जां दस्तावेज ये समझण विच साडी मदद करते हैं कि देश के होर लोग की महसूस करते हैं। ये अपने को पहले क्वेश्चन का आंसर आ जाएगा जी। अगला क्वेश्चन है जी, सरकारी दस्तावेज तो इलावा होर किहड़े स्रोत सानू लोकां दे जीवन बारे दसदे हैं जी। तो वो आपां देखते हैं पैराग्राफ दे विचों जी, होर अपने को किहड़े दस्तावेज हैं। उस तो इलावा तुसीं लिखना है, लोकां दीआं डायरियां, श्रद्धालुआं अते यात्रियां दे लेख, महत्वपूर्ण शख्सियतां दीआं स्वै जीवनियां अते प्रसिद्ध किताबां। ये अपने को इसका आंसर आ जाएगा जी सैकेंड वाले का। तीसरे का आंसर देखो जी, प्रिंटिंग प्रैस फैलन दे नाल किहड़ियां तब्दीलियां आईयां। तो इसका आंसर देखो जी अपने को इस जगह लिखा होएगा, प्रिंटिंग प्रैस जिमें जिमें प्रिंटिंग प्रैस फैलती गई, अखबारां प्रकाशित होण लगियां तो लोकां विच मुद्दिआं ते बहस होण लगी। तो ये अपने को इसका आंसर आ जाएगा जी। अगला है खाली थवां भरो जी। अगला है जी अपने को, लोकां विच डैश ते बहस होण लगी, मुद्दिआं ते, लोकां विच मुद्दिआं ते बहस होण लगी। रिकार्ड जां सरकारी दस्तावेज ये समझण विच मदद करते हैं कि देश के लोग की महसूस, इत्थे महसूस आ जाएगा, महसूस करते हैं। अगले है जी अपने को सही गलत वाले क्वेश्चन हैं। सरकारी दस्तावेज सानू दसदे हैं कि अधिकारी की सोचते हैं, उन्हां दी की दिलचस्पी सी ते वो भविख लई की सुरक्षित करना चाहुंदे हैं। ये बिल्कुल सही है जी अपने को। दूसरी है, सरकारी दस्तावेज राहीं आदिवासियों, किसानों, मजदूरों या गरीबों के जीवन बारे भी जानिया जा सकता है। ये अपने को गलत है जी। तो आओ सुनो हुण अपने को जो क्वेश्चन रह गए हैं वो सारे ही क्वेश्चन आपां एक एक करके उन्होंने आंसर देखते हैं जी, कि उन्होंने आंसर आ सकते। आओ क्वेश्चन देखते हैं जी। हुण इसमें क्वेश्चन का जो नंबर है वो नंबर नहीं देखना है, तुसी सिर्फ क्वेश्चन पढ़ना है, क्योंकि क्वेश्चन के जो नंबर हैं वो अगे पिछे हो सकते हैं, पर क्वेश्चन आप सारे ही जो पेपर के आए हैं सारे ही करांगे जी। पहला क्वेश्चन है जिस तरह जी अपने को, कुदरती साधन किहड़े हैं, ये सानू कौन प्रदान करता है। जंगल, खनिज पदार्थ, मिट्टी, समुंदर, सूरजी ऊर्जा आदि ये साधन कुदरती साधन है, ये सानू कुदरत तो मिले हैं जी। मिट्टी की परिभाषा लिखो, मिट्टी धरती की सब तो उपरली परत है जिहड़ी चट्टानां तो बनी है जी। समुद्रां तो सानू की प्राप्त होंदा है, समुद्र सानू खनिज अते शक्ति साधन प्रदान करते हैं। इस तो इलावा समुद्रां तो सानू मच्छियाँ, मोती, सिप्पियाँ, हीरे जवाहरात आदि प्राप्त होंदे हैं। अगला क्वेश्चन है जी, भूमि नूं मुख तौर पर किहड़े धरातली भागां विच वंडिया जा सकता है। भूमि नूं मुख तौर पर 3 धरातली भागां विच वंडिया जा सकता है, परबत, पठार ते मैदान। क्वेश्चन है जी अपने को, काली मिट्टी ते किहड़ियां फसलां उगाई जा सकदियां हन। काली मिट्टी विच कपाह, कणक, जवार, अलसी, तंबाकू, सूरजमुखी आदि फसलां उगाईਆਂ जा सकदियां हन। जेकर सिंचाई का प्रबंध होवे तां इस विच चावल अते गन्ने की खेती भी की जा सकती है जी। सो अगला क्वेश्चन है जी, मिट्टी दीयां किस्मां विचों जलौट मिट्टी की महत्ता बारे लिखो। मिट्टी दीयां किस्मां, मिट्टी मुख रूप में 6 किस्मां की होंदी है जी। ये नीचे सारियां किस्मां लिखियां हुई हैं, जलौट मिट्टी, काली मिट्टी, लाल मिट्टी, लैटराइट मिट्टी, जंगली या पर्वतीय मिट्टी, मारूथली मिट्टी। तो आपां जो जलौट मिट्टी है उसकी महत्ता देखनी है जी, तो उसकी की इंपॉर्टेंस हैं जी। देखो अपने को जलौट मिट्टी की महत्ता, जलौट मिट्टी
ਬਰੀਕ ਕਣਾਂ ਤੋਂ ਬਣੀ ਹੁੰਦੀ ਹੈ। ਇਹ ਕਣ ਮਿੱਟੀ ਨੂੰ ਉਪਜਾਊ ਬਣਾ ਦਿੰਦੇ ਹਨ। ਇਹ ਇਸ ਲਈ ਜਲੌੜ ਜਾਂ ਜਲੌਟ ਵੀ ਕਹਿੰਦੇ ਹਨ, ਜਲੌਟ ਮਿੱਟੀ ਦੁਆਰਾ ਬਣੇ ਮੈਦਾਨ ਖੇਤੀ ਲਈ ਬਹੁਤ ਹੀ ਮਹੱਤਵਪੂਰਨ ਮੰਨੇ ਜਾਂਦੇ ਹਨ। ਭਾਰਤ ਦੇ ਸਿੰਧੂ, ਗੰਗਾ, ਬ੍ਰਹਮਪੁੱਤਰ ਦੇ ਮੈਦਾਨ ਇਸੇ ਪ੍ਰਕਾਰ ਦੇ ਮੈਦਾਨ ਹਨ। ਸੋ ਅਗਲਾ ਕੁਐਸਚਨ ਹੈ ਜੀ, ਪਰਮਾਣੂ ਪਦਾਰਥਾਂ ਦੀ ਵਰਤੋਂ ਸਾਨੂੰ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ? ਪਰਮਾਣੂ ਪਦਾਰਥਾਂ ਦਾ ਪ੍ਰਯੋਗ ਸਾਨੂੰ ਬਹੁਤ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਇਹਨਾਂ ਨੂੰ ਦੇਸ਼ ਦੀ ਉੱਨਤੀ ਲਈ ਪ੍ਰਯੋਗ ਵਿੱਚ ਲਿਆ ਜਾਣਾ ਚਾਹੀਦਾ ਹੈ, ਨਾ ਕਿ ਵਿਨਾਸ਼ ਜਾਂ ਪ੍ਰਦੂਸ਼ਣ ਲਈ। ਜੀ ਕੋਲੇ ਦੀਆਂ 4 ਕਿਸਮਾਂ ਦੇ ਨਾਮ ਲਿਖੋ। ਐਂਥ੍ਰੇਸਾਈਟ, ਬਿਟੂਮੀਨੀਅਸ, ਲਿਗਨੇਨਾਈਟ ਐਂਡ ਪੀਟ। ਕੁਐਸਚਨ ਹੈ ਜੀ, ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ? ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ 18ਵੀਂ ਸਦੀ ਵਿੱਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਵਿੱਚ ਮੰਨਿਆ ਜਾਂਦਾ ਹੈ। ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ 3 ਕਾਲਾਂ ਦੇ ਵਿੱਚ ਵੰਡਿਆ ਹੈ? 3 ਕਾਲ ਹਨ ਜੀ, ਪ੍ਰਾਚੀਨ ਕਾਲ, ਮੱਧ ਕਾਲ ਅਤੇ ਆਧੁਨਿਕ ਕਾਲ। ਅਗਲਾ ਕੁਐਸਚਨ ਹੈ ਜੀ, ਪਲਾਸੀ ਦੀ ਲੜਾਈ ਦਾ ਸੰਖੇਪ ਵਰਣਨ ਕਰੋ। ਪਲਾਸੀ ਦਾ ਯੁੱਧ 23 ਜੂਨ 1757 ਈਸਵੀ ਨੂੰ ਅੰਗਰੇਜ਼ੀ ਈਸਟ ਇੰਡੀਆ ਕੰਪਨੀ ਅਤੇ ਬੰਗਾਲ ਦੇ ਨਵਾਬ ਸਿਰਾਜੁੱਦੌਲਾ ਵਿਚਾਲੇ ਲੜਿਆ ਗਿਆ। ਨਵਾਬ ਕਈ ਕਾਰਨਾਂ ਕਰਕੇ ਅੰਗਰੇਜ਼ਾਂ ਤੋਂ ਨਾਰਾਜ਼ ਸੀ। ਉਸਨੇ ਕਾਸਿਮ ਬਾਜ਼ਾਰ 'ਤੇ ਹਮਲਾ ਕਰਕੇ ਅੰਗਰੇਜ਼ਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ। ਇਸ ਦਾ ਬਦਲਾ ਲੈਣ ਲਈ ਕਲਾਈਵ ਨੇ ਸਾਜ਼ਿਸ਼ ਦੁਆਰਾ ਬੰਗਾਲ ਦੇ ਸੈਨਾਪਤੀ ਮੀਰ ਜਾਫਰ ਨੂੰ ਆਪਣੇ ਨਾਲ ਮਿਲਾ ਲਿਆ। ਜਦੋਂ ਲੜਾਈ ਆਰੰਭ ਹੋਈ ਤਾਂ ਮੀਰ ਜਾਫਰ ਯੁੱਧ ਦੇ ਮੈਦਾਨ ਵਿੱਚ ਇੱਕ ਪਾਸੇ ਖੜਾ ਰਿਹਾ। ਵਿਸ਼ਵਾਸਘਾਤ ਦੇ ਕਾਰਨ ਸਿਰਾਜੁੱਦੌਲਾ ਦਾ ਸਾਹਸ ਟੁੱਟ ਗਿਆ ਅਤੇ ਉਹ ਯੁੱਧ ਦੇ ਮੈਦਾਨ ਵਿੱਚ ਦੌੜ ਗਿਆ। ਮੀਰ ਜਾਫਰ ਦੇ ਪੁੱਤਰ ਮੀਰੇਨ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ। ਇਤਿਹਾਸਿਕ ਨਜ਼ਰੀਏ ਤੋਂ ਇਹ ਯੁੱਧ ਅੰਗਰੇਜ਼ਾਂ ਲਈ ਬਹੁਤ ਮਹੱਤਵਪੂਰਨ ਸਿੱਧ ਹੋਇਆ। ਅੰਗਰੇਜ਼ ਬੰਗਾਲ ਦੇ ਅਸਲੀ ਸ਼ਾਸਕ ਬਣ ਗਏ ਅਤੇ ਉਹਨਾਂ ਲਈ ਭਾਰਤ ਦੇ ਜਿੱਤ ਦੇ ਰਾਹ ਖੁੱਲ੍ਹ ਗਏ। ਸੋ ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਬੰਗਾਲ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਤੋਂ ਤੁਸੀਂ ਕੀ ਸਮਝਦੇ ਹੋ? ਅਤੇ ਇਸ ਦਾ ਆਨਸਰ ਦੇਖਦੇ ਹਾਂ ਜੀ। ਕਲਾਈਵ ਨੇ ਬੰਗਾਲ ਵਿੱਚ ਸ਼ਾਸਨ ਦੀ ਇੱਕ ਨਵੀਂ ਪ੍ਰਣਾਲੀ ਆਰੰਭ ਕੀਤੀ। ਇਸ ਦੇ ਅਨੁਸਾਰ ਬੰਗਾਲ ਦਾ ਸ਼ਾਸਨ 2 ਭਾਗਾਂ ਵਿੱਚ ਵੰਡ ਦਿੱਤਾ ਗਿਆ। ਕਰ ਇਕੱਠਾ ਕਰਨ ਦਾ ਕੰਮ ਅੰਗਰੇਜ਼ਾਂ ਦੇ ਹੱਥ ਵਿੱਚ ਰਿਹਾ, ਪਰ ਸ਼ਾਸਨ ਚਲਾਉਣ ਦਾ ਕੰਮ ਨਵਾਬ ਨੂੰ ਦੇ ਦਿੱਤਾ ਗਿਆ। ਸ਼ਾਸਨ ਚਲਾਉਣ ਲਈ ਉਸ ਨੂੰ ਇੱਕ ਨਿਸ਼ਚਿਤ ਧਨ ਰਾਸ਼ੀ ਦਿੱਤੀ ਜਾਂਦੀ ਸੀ। ਇਸ ਤਰ੍ਹਾਂ ਬੰਗਾਲ ਵਿੱਚ 2 ਪ੍ਰਕਾਰ ਦਾ ਸ਼ਾਸਨ ਚੱਲ ਰਿਹਾ ਸੀ। ਇਸ ਕਾਰਨ ਇਹ ਪ੍ਰਣਾਲੀ ਦੋਹਰੀ ਦਵੈਧ ਸ਼ਾਸਨ ਪ੍ਰਣਾਲੀ ਦੇ ਨਾਮ ਨਾਲ ਪ੍ਰਸਿੱਧ ਹੈ। ਇਹ ਪ੍ਰਣਾਲੀ ਦੁਆਰਾ ਬੰਗਾਲ ਦੀ ਵਾਸਤਵਿਕ ਸ਼ਕਤੀ ਤਾਂ ਅੰਗਰੇਜ਼ਾਂ ਦੇ ਹੱਥ ਵਿੱਚ ਆ ਗਈ, ਪਰ ਉਹਨਾਂ ਦੀ ਕੋਈ ਵੀ ਜ਼ਿੰਮੇਦਾਰੀ ਨਹੀਂ ਸੀ। ਦੂਜੇ ਪਾਸੇ ਨਵਾਬ ਦੇ ਕੋਲ ਨਾ ਕੋਈ ਅਸਲੀ ਤਾਕਤ ਸੀ ਅਤੇ ਨਾ ਹੀ ਆਮਦਨ ਦਾ ਕੋਈ ਸਾਧਨ, ਪਰ ਸ਼ਾਸਨ ਦੀ ਸਾਰੀ ਜ਼ਿੰਮੇਵਾਰੀ ਉਸੇ 'ਤੇ ਸੀ। ਇਸ ਲਈ ਬੰਗਾਲ ਦੇ ਲੋਕਾਂ ਲਈ ਇਹ ਸ਼ਾਸਨ ਪ੍ਰਣਾਲੀ ਮੁਸੀਬਤ ਬਣ ਗਈ। ਅਗਲਾ ਕੁਐਸਚਨ ਹੈ ਜੀ, ਰੈਗੂਲੇਟਿੰਗ ਐਕਟ ਤੋਂ ਕੀ ਭਾਵ ਹੈ? 1773 ਈਸਵੀ ਵਿੱਚ ਭਾਰਤ ਵਿੱਚ ਅੰਗਰੇਜ਼ੀ ਈਸਟ ਕੰਪਨੀਆਂ ਦੇ ਕੰਮਾਂ ਦਾ ਜਾਂਚ ਕਰਨ ਲਈ ਇੱਕ ਐਕਟ ਪਾਸ ਕੀਤਾ ਗਿਆ। ਇਸ ਨੂੰ ਰੈਗੂਲੇਟਿੰਗ ਐਕਟ ਕਹਿੰਦੇ ਹਨ। ਇਸ ਐਕਟ ਦੇ ਅਨੁਸਾਰ ਬ੍ਰਿਟਿਸ਼ ਸੰਸਦ ਨੂੰ ਭਾਰਤ ਵਿੱਚ ਅੰਗਰੇਜ਼ੀ ਈਸਟ ਕੰਪਨੀਆਂ ਦੇ ਕੰਮਾਂ ਦੇ ਜਾਂਚ ਕਰਨ ਦਾ ਅਧਿਕਾਰ ਮਿਲ ਗਿਆ। ਬੰਗਾਲ ਦੇ ਗਵਰਨਰ ਜਨਰਲ ਅਤੇ 4 ਮੈਂਬਰਾਂ ਦੀ ਇੱਕ ਕੌਂਸਲ ਸਥਾਪਿਤ ਕੀਤੀ ਗਈ। ਇਸ ਨੂੰ ਸ਼ਾਸਨ ਪ੍ਰਬੰਧ ਦੇ ਸਾਰੇ ਮਸਲਿਆਂ ਦੇ ਫੈਸਲੇ ਬਹੁਮਤ ਨਾਲ ਕਰਨ ਦਾ ਅਧਿਕਾਰ ਪ੍ਰਾਪਤ ਸੀ। ਗਵਰਨਰ ਜਨਰਲ ਅਤੇ ਉਸਦੀ ਕੌਂਸਲ ਨੂੰ ਯੁੱਧ, ਸ਼ਾਂਤੀ ਅਤੇ ਰਾਜਨੀਤਿਕ ਸੰਧੀਆਂ ਦੇ ਮਾਮਲਿਆਂ ਵਿੱਚ ਬੰਬਈ ਅਤੇ ਮਦਰਾਸ ਦੀਆਂ ਸਰਕਾਰਾਂ ਦੇ ਨਿਯੰਤਰਣ ਰੱਖਣ ਦਾ ਅਧਿਕਾਰ ਸੀ। ਸੋ ਅਗਲਾ ਕੁਐਸਚਨ ਹੈ ਜੀ, 1858 ਈਸਵੀ ਤੋਂ ਬਾਅਦ ਸੈਨਾ ਵਿੱਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ? 1857 ਦੇ ਮਹਾਨ ਵਿਦਰੋਹ ਤੋਂ ਬਾਅਦ ਸੈਨਾ ਦੇ ਨਵੇਂ ਸਿਰੇ ਤੋਂ ਗਠਨ ਕਰਨਾ ਜ਼ਰੂਰੀ ਹੋ ਗਿਆ। ਅੰਗਰੇਜ਼ ਇਹ ਨਹੀਂ ਚਾਹੁੰਦੇ ਸਨ ਕਿ ਸੈਨਿਕ ਫਿਰ ਦੁਬਾਰਾ ਕੋਈ ਵਿਦਰੋਹ ਕਰਨ। ਇਸ ਲਈ ਉਹ ਧਿਆਨ ਵਿੱਚ ਰੱਖਦੇ ਸਨ ਕਿ ਭਾਰਤੀ ਸੈਨਾ ਹੇਠ ਲਿਖੇ ਪਰਿਵਰਤਨ ਕੀਤੇ ਜਾਣ। ਅੰਗਰੇਜ਼ੀ ਸੈਨਾ ਦੀ ਸੰਖਿਆ ਦੇ ਵਿੱਚ ਵਾਧਾ ਕੀਤਾ ਗਿਆ। ਤੋਪਖਾਨੇ ਵਿੱਚ ਕੇਵਲ ਅੰਗਰੇਜ਼ਾਂ ਨੂੰ ਹੀ ਨਿਯੁਕਤ ਕੀਤਾ ਜਾਣ ਲੱਗਾ। ਮਦਰਾਸ, ਚੇਨਈ ਅਤੇ ਬੰਬਈ
ਮੁੰਬਈ ਦੀ ਸੈਨਾ ਵਿੱਚ ਭਾਰਤੀਆਂ ਅਤੇ ਯੂਰਪੀਆਂ ਨੂੰ 2:1 ਦੇ ਵਿੱਚ ਰੱਖਿਆ ਗਿਆ। 2 ਹਿੱਸੇ ਅਤੇ 1 ਹਿੱਸਿਆਂ ਵਿੱਚ ਰੱਖਿਆ ਗਿਆ। ਭੂਗੋਲਿਕ ਅਤੇ ਸੈਨਿਕ ਦ੍ਰਿਸ਼ਟੀ ਤੋਂ ਸਾਰੇ ਮਹੱਤਵਪੂਰਨ ਸਥਾਨਾਂ 'ਤੇ ਯੂਰਪੀਅਨ ਟੁਕੜੀਆਂ ਰੱਖੀਆਂ ਗਈਆਂ। ਹੁਣ ਸੈਨਿਕ ਟੁਕੜੀਆਂ ਵਿੱਚ ਵੱਖ-ਵੱਖ ਜਾਤੀਆਂ ਅਤੇ ਧਰਮਾਂ ਦੇ ਲੋਕ ਭਰਤੀ ਕੀਤੇ ਜਾਣ ਲੱਗੇ ਕਿ ਜੇਕਰ ਇੱਕ ਧਰਮ ਜਾਂ ਜਾਤੀ ਦੇ ਲੋਕ ਵਿਦਰੋਹ ਕਰਨ ਤਾਂ ਦੂਸਰੀ ਜਾਤੀ ਦੇ ਲੋਕ ਉਹਨਾਂ 'ਤੇ ਗੋਲੀ ਚਲਾਉਣ ਲਈ ਤਿਆਰ ਰਹਿਣ। ਅਗਲਾ ਹੈ ਜੀ ਆਪਣੇ ਕੋਲ ਲਾਸਟ ਪੁਆਇੰਟ, ਅਵਧ, ਬਿਹਾਰ ਅਤੇ ਮੱਧ ਭਾਰਤ ਦੇ ਸੈਨਿਕਾਂ ਨੇ 1857 ਈਸਵੀ ਦੇ ਵਿਦਰੋਹ ਵਿੱਚ ਭਾਗ ਲਿਆ। ਇਸ ਲਈ ਉਹਨਾਂ ਨੂੰ ਸੈਨਾ ਵਿੱਚ ਬਹੁਤ ਘੱਟ ਭਰਤੀ ਕੀਤਾ ਜਾਣ ਲੱਗਾ। ਸੈਨਾ ਵਿੱਚ ਹੁਣ ਗੋਰਖਿਆਂ, ਸਿੱਖਾਂ ਅਤੇ ਪਠਾਣਾਂ ਨੂੰ ਲੜਾਕੂ ਜਾਤੀ ਮੰਨ ਕੇ ਵਧੇਰੇ ਸੰਖਿਆ ਵਿੱਚ ਭਰਤੀ ਕੀਤਾ ਜਾਣ ਲੱਗਾ। ਕੁਐਸਚਨ ਹੈ ਜੀ, ਈਸ਼ਵਰ ਚੰਦਰ ਵਿਦਿਆਸਾਗਰ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਸੰਬੰਧੀ ਕੀ ਯੋਗਦਾਨ ਦਿੱਤਾ ਗਿਆ? ਈਸ਼ਵਰ ਚੰਦਰ ਵਿਦਿਆਸਾਗਰ ਇੱਕ ਮਹਾਨ ਸਮਾਜ ਸੁਧਾਰਕ ਹਨ। ਉਹਨਾਂ ਨੇ ਔਰਤਾਂ ਦੇ ਹਿੱਤਾਂ ਵਿੱਚ ਕਰੜੀ ਮਿਹਨਤ ਕੀਤੀ ਅਤੇ ਲੜਕੀਆਂ ਦੀ ਸਿੱਖਿਆ ਲਈ ਆਪਣੇ ਖਰਚ 'ਤੇ ਬੰਗਾਲ ਵਿੱਚ ਲਗਭਗ 25 ਸਕੂਲ ਸਥਾਪਿਤ ਕੀਤੇ। ਉਹਨਾਂ ਨੇ ਵਿਧਵਾ ਵਿਆਹ ਦੇ ਪੱਖ ਵਿੱਚ ਅਣਥੱਕ ਸੰਘਰਸ਼ ਕੀਤਾ। ਉਹਨਾਂ ਨੇ 1855 ਤੋਂ 1860 ਈਸਵੀ ਦੇ ਵਿਚਾਲੇ ਲਗਭਗ 25 ਵਿਧਵਾ ਵਿਆਹ ਕਰਵਾਏ। ਉਹਨਾਂ ਦੇ ਯਤਨਾਂ ਨਾਲ 1856 ਈਸਵੀ ਵਿੱਚ ਹਿੰਦੂ ਵਿਧਵਾ ਵਿਆਹ ਕਾਨੂੰਨ ਪਾਸ ਕੀਤਾ ਗਿਆ। ਉਹਨਾਂ ਨੇ ਬਾਲ ਵਿਵਾਹ ਦਾ ਖੰਡਨ ਕੀਤਾ। ਵੁੱਡ ਡਿਸਪੈਚ ਕਿਸ ਨੇ ਸ਼ੁਰੂ ਕੀਤਾ? (1854) ਈਸਵੀ ਵਿੱਚ ਬੋਰਡ ਆਫ ਕੰਟਰੋਲ ਦੇ ਪ੍ਰਧਾਨ ਚਾਰਲਸ ਵੁੱਡ ਨੇ ਸਿੱਖਿਆ ਦੇ ਵਿਕਾਸ ਲਈ ਕੁਝ ਮਹੱਤਵਪੂਰਨ ਸਿਫਾਰਸ਼ਾਂ ਕੀਤੀਆਂ। ਇਹਨਾਂ ਸਿਫਾਰਸ਼ਾਂ ਨੂੰ ਵੁੱਡ ਡਿਸਪੈਚ ਕਿਹਾ ਜਾਂਦਾ ਹੈ। ਹੈ ਜੀ, ਕਾਨੂੰਨ ਦੇ ਸ਼ਬਦੀ ਅਰਥ ਲਿਖੋ। ਕਾਨੂੰਨ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾਅ ਦਾ ਅਨੁਵਾਦ ਹੈ। ਲਾਅ ਸ਼ਬਦ ਟਿਊਟੋਨਿਕ ਸ਼ਬਦ ਲੈਗ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਨਿਸ਼ਚਿਤ। ਇਸ ਪ੍ਰਕਾਰ ਕਾਨੂੰਨ ਦਾ ਅਰਥ ਹੈ ਨਿਸ਼ਚਿਤ ਨਿਯਮ। ਹੈ ਜੀ, ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਕੀ ਭਾਵ ਹੈ? ਨਿਆਂਪਾਲਿਕਾ ਦੀ ਨਿਰਪੱਖਤਾ ਤੋਂ ਭਾਵ ਇਹ ਹੈ ਕਿ ਉਹ ਕਾਰਜਪਾਲਿਕਾ ਜਾਂ ਵਿਧਾਨਪਾਲਿਕਾ ਦੇ ਦਬਾਅ ਤੋਂ ਬਿਨਾਂ ਸੁਤੰਤਰ ਰੂਪ ਵਿੱਚ ਨਿਆਂ ਕਰੇ। ਭਾਰਤ ਵਿੱਚ ਵੀ ਨਿਆਂਪਾਲਿਕਾ ਨੂੰ ਨਿਰਪੱਖ ਬਣਾਇਆ ਗਿਆ ਹੈ। ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਹੈ ਤਾਂ ਨਿਆਂਪਾਲਿਕਾ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਹੈ ਜੀ, ਭਾਰਤ ਵਿੱਚ ਨਿਆਂਪਾਲਿਕਾ ਨੂੰ ਸੁਤੰਤਰ ਅਤੇ ਨਿਰਪੱਖ ਕਿਵੇਂ ਬਣਾਇਆ ਗਿਆ? ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਸਰਵਉੱਚਤਮ ਅਤੇ ਨਿਰਪੱਖ ਬਣਾਇਆ ਗਿਆ ਹੈ। ਨਿਆਂਪਾਲਿਕਾ ਸੰਵਿਧਾਨ ਦੀ ਪਾਲਣਾ ਨੂੰ ਸੁਨਿਸ਼ਚਿਤ ਬਣਾਉਂਦੀ ਹੈ। ਜੇਕਰ ਕੋਈ ਸੰਸਥਾ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਹੈ ਤਾਂ ਉਸ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਨਿਆਂਪਾਲਿਕਾ ਨੂੰ ਨਿਆਂਇਕ ਪੁਨਰ ਨਿਰੀਖਣ ਦਾ ਅਧਿਕਾਰ ਪ੍ਰਾਪਤ ਹੈ। ਇਸ ਦਾ ਅਰਥ ਹੈ ਕਿ ਜੇਕਰ ਕਿਸੇ ਵਿਧਾਨ ਮੰਡਲ ਦੁਆਰਾ ਬਣਾਇਆ ਗਿਆ ਕਾਨੂੰਨ ਸੰਵਿਧਾਨ ਦੀ ਭਾਵਨਾ ਦਾ ਉਲੰਘਣ ਕਰਦਾ ਹੈ ਤਾਂ ਨਿਆਂਪਾਲਿਕਾ ਉਸ ਨੂੰ ਰੱਦ ਕਰ ਸਕਦੀ ਹੈ। ਇਸੇ ਪ੍ਰਕਾਰ ਇਹ ਕਾਰਜਪਾਲਿਕਾ ਦੁਆਰਾ ਲਾਗੂ ਕੀਤੇ ਕਿਸੇ ਵੀ ਸੰਵਿਧਾਨ ਵਿਰੋਧੀ ਆਦੇਸ਼ ਨੂੰ ਅਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਹੈ ਜੀ, ਅਧਿਕਾਰਾਂ ਤੋਂ ਕੀ ਭਾਵ ਹੈ? ਅਧਿਕਾਰ ਸਾਨੂੰ ਸਮਾਜ ਵਿੱਚ ਪ੍ਰਾਪਤ ਸਹੂਲਤਾਂ ਹਨ। ਸਧਾਰਨ ਅਰਥਾਂ ਵਿੱਚ ਅਧਿਕਾਰ ਮਨੁੱਖ ਦੀਆਂ ਉਹ ਉਚਿਤ ਮੰਗਾਂ ਹਨ ਜਿਹੜੀਆਂ ਉਸਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ। ਅਧਿਕਾਰਾਂ ਨੂੰ ਰਾਜ ਅਤੇ ਸਮਾਜ ਦੀ ਮਾਨਤਾ ਪ੍ਰਾਪਤ ਹੁੰਦੀ ਹੈ। ਪ੍ਰਸ਼ਨ ਹੈ ਜੀ, ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਿਵੇਂ ਕਰ ਸਕਦੇ ਹਾਂ? ਅਸੀਂ ਆਪਣੇ ਮੌਲਿਕ ਅਧਿਕਾਰਾਂ ਦੀ ਰੱਖਿਆ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੇ ਅਧੀਨ ਕਰ ਸਕਦੇ ਹਾਂ। ਇਸ ਦੇ ਅਨੁਸਾਰ ਜੇਕਰ ਕੋਈ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਤਾਂ ਅਸੀਂ ਉਸ ਦੇ ਵਿਰੁੱਧ ਸ਼ਿਕਾਇਤ ਕਰ ਸਕਦੇ ਹਾਂ, ਉਸ ਦੇ ਵਿਰੁੱਧ ਅਦਾਲਤ ਵਿੱਚ ਜਾ ਸਕਦੇ ਹਾਂ। ਜਿੱਥੇ ਤੱਕ ਕਿ ਸਰਕਾਰ ਵੀ ਸਾਡੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਨਹੀਂ ਕਰ ਸਕਦੀ। ਨਿਆਂ ਸੰਗਤ ਹੋਣ 'ਤੇ ਅਦਾਲਤ ਸਾਨੂੰ ਸਾਡੇ ਅਧਿਕਾਰ ਵਾਪਸ ਦਿਵਾਉਂਦੀ ਹੈ। ਪ੍ਰਸ਼ਨ ਹੈ ਜੀ, ਲਟਕਦੀ ਸੰਸਦ ਤੋਂ ਕੀ ਭਾਵ ਹੈ? ਜਦੋਂ ਸੰਸਦ ਵਿੱਚ 2 ਜਾਂ 2 ਤੋਂ ਵਧੇਰੇ ਰਾਜਨੀਤਿਕ ਦਲਾਂ ਦੀ ਆਪਸ ਵਿੱਚ ਮਿਲ ਕੇ ਸਰਕਾਰ ਬਣਦੀ ਹੈ ਤਾਂ ਉਸ ਨੂੰ ਲਟਕਦੀ ਸੰਸਦ ਆਖਦੇ ਹਨ। ਇਸ ਤਰ੍ਹਾਂ ਦੀ ਸਰਕਾਰ ਘੱਟ ਗਿਣਤੀ ਸਰਕਾਰ ਅਖਵਾਉਂਦੀ ਹੈ।